ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ। ਅੱਜ ਅਸੀਂ ਗੁਰੂ ਅਰਜਨ ਦੇਵ ਜੀ ਦੇ ਸ਼ਹਾਦਤ ਦੇ ਪਿੱਛੇ ਕਾਰਨ ਕੀ ਸਨ ਉਹਨਾਂ ਦੇ ਬਾਰੇ ਗੱਲ ਕਰਨੀ ਹੈ। ਉਸ ਤੋਂ ਪਹਿਲੇ ਗੁਰੂ ਅਰਜਨ ਦੇਵ ਜੀ ਦੀ ਸੰਖੇਪ ਜੀ ਜੀਵਨੀ ਦੇ ਉੱਤੇ ਝਾਤ ਮਾਰਦੇ ਹਾਂ। ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ 15 ਅਪ੍ਰੈਲ 1563 ਈਸਵੀ ਨੂੰ ਗੋਇੰਦਵਾਲ ਸਾਹਿਬ ਵਿਖੇ ਜੋ ਕਿ ਅੰਮ੍ਰਿਤਸਰ ਦੇ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਜੀ ਦਾ ਨਾਮ ਗੁਰੂ ਰਾਮਦਾਸ ਜੀ, ਮਾਤਾ ਜੀ ਦਾ ਨਾਮ ਮਾਤਾ ਭਾਨੀ ਜੀ, ਉਹਨਾਂ ਦੀ ਧਰਮ ਪਤਨੀ ਬੀਬੀ ਗੰਗਾ ਜੀ ਅਤੇ ਉਹਨਾਂ ਦੇ ਸੁਪੁੱਤਰ ਹਰਗੋਬਿੰਦ ਜੀ ਜੋ ਕਿ 6ਵੇਂ ਗੁਰੂ ਹੋਏ ਗੁਰੂ ਹਰਗੋਬਿੰਦ ਸਾਹਿਬ ਜੀ। ਉਹਨਾਂ ਨੂੰ 1581 ਦੇ ਵਿੱਚ 18 ਸਾਲ ਦੀ ਉਮਰ ਦੇ ਵਿੱਚ ਗੁਰਗੱਦੀ ਮਿਲੀ। ਜੋ ਵੀ ਗੁਰੂ ਰਾਮਦਾਸ ਜੀ ਨੇ ਕੰਮ ਆਰੰਭੇ ਹੋਏ ਸੀ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਨੂੰ ਪੂਰਾ ਕਰਵਾਇਆ। ਹਰਿਮੰਦਰ ਸਾਹਿਬ ਜੀ ਦੀ ਉਸਾਰੀ ਕਰਾਈ ਔਰ ਜਿਹੜਾ ਮਹਾਨ ਕੰਮ ਕੀਤਾ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਾਈ ਉਹਨਾਂ ਨੇ। ਔਰ 30 ਮਈ 1606 ਈਸਵੀ ਨੂੰ ਉਹਨਾਂ ਦੀ ਲਾਹੌਰ ਜੋ ਕਿ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ ਉੱਥੇ ਉਹਨਾਂ ਦੀ ਸ਼ਹਾਦਤ ਹੁੰਦੀ ਹੈ, ਜਿੱਥੇ ਕਿ ਗੁਰਦੁਆਰਾ ਡੇਰਾ ਸਾਹਿਬ ਸੁਸ਼ੋਭਿਤ ਹੈ। ਗੁਰੂ ਅਰਜਨ ਦੇਵ ਜੀ ਦੇ ਸ਼ਹਾਦਤਾਂ ਦੇ ਜਿਹੜੇ ਕਾਰਨ ਹਨ ਉਹਨਾਂ ਦੀ ਆਪਾਂ ਗੱਲ ਕਰਨੀ ਹੈ। ਉਸ ਤੋਂ ਪਹਿਲੇ ਮੈਂ ਬੇਨਤੀ ਕਰਾਂ ਕਿ ਜਿਨ੍ਹਾਂ ਨੇ ਮੇਰਾ ਚੈਨਲ ਸੁਖਦੇਵ ਸਿੰਘ ਟਾਹਲੀ ਅਜੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਔਰ ਬੈਲ ਆਈਕਨ ਵੀ ਦਬਾ ਦੇਣ ਤਾਂ ਕਿ ਜਦੋਂ ਵੀ ਕੋਈ ਵੀਡੀਓ ਪਾਉਂਦੇ ਤੁਹਾਡੇ ਤੱਕ ਜੋ ਨੋਟੀਫਿਕੇਸ਼ਨ ਹੈ ਉਹ ਪਹੁੰਚ ਸਕੇ। ਅਤੇ ਇਸ ਦੇ ਪਹਿਲੇ ਸਾਨੂੰ ਕਾਰਨਾਂ ਨੂੰ ਸਮਝਣਾ ਹੈ। ਗੁਰੂ ਅਰਜਨ ਦੇਵ ਜੀ ਦੇ ਸ਼ਹਾਦਤ ਦੇ ਕਾਰਨ ਕੀ ਹਨ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਿੱਖ ਪੰਥ ਦੇ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦੀ ਹੈ। ਇਹ ਕੇਵਲ ਗੁਰੂ ਅਰਜਨ ਦੇਵ ਜੀ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਇਹ ਸਿੱਖ ਧਰਮ ਦੇ ਉੱਤੇ ਸੋਚਿਆ ਸਮਝਿਆ ਇੱਕ ਹਮਲਾ ਸੀ। ਗੁਰੂ ਅਰਜਨ ਦੇਵ ਜੀ ਧਾਰਮਿਕ ਇਤਿਹਾਸ ਦੇ ਵਿੱਚ ਪਹਿਲੇ ਸ਼ਹੀਦ ਹੋਏ ਹਨ। ਸਿੱਖ ਧਰਮ ਦੇ ਵਿੱਚ ਵੀ ਇਹਨਾਂ ਦੀ ਪਹਿਲੀ ਸ਼ਹਾਦਤ ਹੈ, ਇਸ ਕਰਕੇ ਇਹਨਾਂ ਨੂੰ ਸ਼ਹੀਦਾਂ ਦੇ ਸਿਰਤਾਜ ਕਿਹਾ ਜਾਂਦਾ ਹੈ। ਇਸ ਤੋਂ ਪਹਿਲੇ ਜਿਹੜਾ ਸ਼ਹੀਦ ਸ਼ਬਦ ਦਾ ਜੋ ਮੀਨਿੰਗ ਸੀ ਉਹ ਬਹੁਤ ਛੋਟਾ ਸੀ, ਜੋ ਕਿ ਮੁਸਲਮਾਨਾਂ ਦੇ ਵਿੱਚ ਵਰਤਿਆ ਜਾਂਦਾ ਸੀ, ਬਹੁਤ ਛੋਟਾ ਮੀਨਿੰਗ ਸੀ। ਗੁਰੂ ਅਰਜਨ ਦੇਵ ਜੀ ਦੇ ਸ਼ਹਾਦਤ ਦੇ ਕਾਰਨਾਂ ਨੂੰ ਜਾਣਨ ਲਈ ਥੋੜ੍ਹਾ ਪਿਛੋਕੜ ਦੇ ਵਿੱਚ ਜਾਣਾ ਪਵੇਗਾ। ਜੋ ਉਸ ਸਮੇਂ ਦੀਆਂ ਜੋ ਸਿੱਖ ਧਰਮ ਦੇ ਜੋ ਸਿਧਾਂਤ ਹੈ ਉਹਨਾਂ ਦੀ ਵਿਲੱਖਣਤਾ ਹੈ ਔਰ ਉਸ ਸਮੇਂ ਦੀਆਂ ਸਮਾਜਿਕ, ਧਾਰਮਿਕ, ਆਰਥਿਕ ਅਤੇ ਜੋ ਰਾਜਨੀਤਿਕ ਪਰਿਸਥਿਤੀਆਂ ਹੈ ਉਹਨਾਂ ਦੇ ਬਾਰੇ ਵੀ ਥੋੜ੍ਹੀ ਜਿਹੀ ਝਾਤ ਮਾਰਨੀ ਪਵੇਗੀ। ਗੁਰੂ ਨਾਨਕ ਪਾਤਸ਼ਾਹ ਨੇ ਜੋ ਸੱਚ ਦਾ ਮਾਰਗ ਸੰਸਾਰ ਨੂੰ ਦਿਖਾਇਆ ਇਹ ਸਮਾਜਿਕ, ਧਾਰਮਿਕ, ਆਰਥਿਕ ਅਤੇ ਰਾਜਨੀਤਿਕ ਪੱਖ ਤੋਂ ਬਹੁਤ ਹੀ ਕ੍ਰਾਂਤੀਕਾਰੀ ਸੀ। ਉਸ ਸਮੇਂ ਇਹਨਾਂ ਸਾਰੇ ਹੀ ਖੇਤਰਾਂ ਦੇ ਵਿੱਚ ਬਹੁਤ ਹੀ ਗਿਰਾਵਟ ਆ ਚੁੱਕੀ ਸੀ ਅਤੇ ਲੁਕਾਈ ਦੇ ਵਿੱਚ ਜ਼ਿਆਦਾ ਅਨਪੜ੍ਹਤਾ ਸੀ, ਅਗਿਆਨਤਾ ਸੀ। ਉਹਨਾਂ ਨੂੰ ਸੱਚ ਦਾ ਮਾਰਗ ਦਿਖਾਉਣ ਵਾਲਾ ਕੋਈ ਨਹੀਂ ਸੀ। ਜਿੰਨੇ ਵੀ ਧਾਰਮਿਕ ਆਗੂ ਸੀ ਉਹ ਵੀ ਜਨਤਾ ਦੀ ਲੁੱਟ ਖਸੁੱਟ ਕਰ ਰਹੇ ਸਨ, ਉਹ ਪਖੰਡੀ ਅਤੇ ਕਪਟੀ ਹੋ ਗਏ ਸਨ। ਔਰ ਜੋ ਸ਼ਾਸਕ ਵਰਗ ਹੈ ਉਹ ਵੀ ਜਨਤਾ ਦੀ ਲੁੱਟ ਖਸੁੱਟ ਕਰ ਰਿਹਾ ਸੀ। ਰਾਜੇ ਤੋਂ ਲੈ ਕੇ ਅਹਿਲਕਾਰ ਤੱਕ ਸਾਰੇ ਪ੍ਰਜਾ ਦਾ ਖੂਨ ਚੂਸ ਰਹੇ ਸਨ। ਤਾਂ ਗੁਰੂ ਨਾਨਕ ਪਾਤਸ਼ਾਹ ਨੇ ਇਹਨਾਂ ਨੂੰ ਚਿਤਾਰਿਆ। ਕਾਦੀ ਕੂੜ ਬੋਲ ਮਲਖਾਈ, ਬ੍ਰਾਹਮਣ ਨਾਵੇ ਜੀਆਂ ਕਾਈ, ਜੋਗੀ ਜੁਗਤ ਨ ਜਾਣੇ ਅੰਧ ਤਿੰਨੋਂ ਉਜਾੜੇ ਕਾ ਬੰਧ, ਲਬ ਪਾਪ ਦੋ ਰਾਜਾ ਮਹਿਤਾ, ਕੂੜ ਹੋਆ ਸਿਕਦਾਰ, ਕਾਮ ਨੇਰ ਸਭ ਪੁੱਛੀਏ ਬਹਿ ਬਹਿ ਕਰੇ ਵਿਚਾਰ, ਅੰਧੀ ਰਜਤ ਗਿਆਨ ਵਿਹੂਣੀ ਭਾਏ ਭਰੇ ਮੁਰਦਾਰ। ਤਾਂ ਗੁਰੂ ਨਾਨਕ ਪਾਤਸ਼ਾਹ ਨੇ ਇਹਨਾਂ ਦੇ ਪਾਜ ਨੂੰ ਉਗਾੜਿਆ। ਜਦੋਂ ਗੁਰੂ ਨਾਨਕ ਪਾਤਸ਼ਾਹ ਨੂੰ ਜਨੇਊ ਦੀ ਰਸਮ ਕਰਨ ਲੱਗੇ, ਜਨੇਊ ਪਹਿਨਾਉਣ ਲੱਗੇ, ਸਾਰੇ ਇਕੱਠੇ ਹੋ ਗਏ, ਸਾਰੇ ਰਿਸ਼ਤੇਦਾਰ ਆ ਗਏ, ਪਾਂਡੇ ਆ ਗਏ। ਤਾਂ ਪੰਡਿਤ ਹਰਦਿਆਲ ਜਦੋਂ ਜਨੇਊ ਪਹਿਨਾਉਣ ਲੱਗਾ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਉਸ ਨੂੰ ਰੋਕ ਦਿੱਤਾ ਤਾਂ ਪੁੱਛਿਆ ਕਿ ਇਸ ਦਾ ਕੀ ਲਾਭ ਹੋਵੇਗਾ। ਤਾਂ ਉਸਨੇ ਕਿਹਾ ਕਿ ਇਹ ਪਾਉਣ ਦੇ ਨਾਲ ਤੁਸੀਂ ਉੱਚੀ ਜਾਤੀ ਦੇ ਅਖਵਾਓਗੇ, ਹਿੰਦੂ ਧਰਮ ਵਿੱਚ ਪ੍ਰਵੇਸ਼ ਕਰੋਗੇ ਔਰ ਤੁਹਾਡਾ ਜਿਹੜਾ ਹੈ ਇਹ ਆਤਮਿਕ ਤੌਰ 'ਤੇ ਪੁਨਰ ਜਨਮ ਹੋਵੇਗਾ ਕਿ ਆਤਮਾ ਨੂੰ ਲਾਭ ਪਹੁੰਚੇਗਾ। ਤਾਂ ਗੁਰੂ ਨਾਨਕ ਪਾਤਸ਼ਾਹ ਨੇ ਉਸ ਨੂੰ ਸਮਝਾਇਆ ਕਿ ਇਹਦੇ ਨਾਲ ਜਿਹੜਾ ਹੈ ਆਤਮਾ ਨੂੰ ਕੋਈ ਲਾਭ ਨਹੀਂ ਪਹੁੰਚਦਾ, ਸਗੋਂ ਤੁਹਾਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪ੍ਰੇਮ ਕਰਨਾ ਚਾਹੀਦਾ ਹੈ
और सदाचारक गुण, दया, संतोख, ਉੱਚਾ ਤੇ ਸੁੱਚਾ ਆਚਰਨ, ਕਿਰਦਾਰ, ਸਤ, ਸੰਤੋਖ, ਦਇਆ, ਧਰਮ, ਧੀਰਜ ਵਰਗੇ ਜਿਹੜੇ ਗੁਣ ਹੈ ਉਹਨਾਂ ਨੂੰ ਅਪਣਾਉਣਾ ਚਾਹੀਦਾ ਹੈ। ਇਹਦੇ ਨਾਲ ਜਿਹੜਾ ਹੈ ਆਤਮਾ ਨੂੰ ਲਾਭ ਪਹੁੰਚੇਗਾ। ਇਹਦੇ ਨਾਲ ਤੁਹਾਡੀ ਆਤਮਾ ਵੀ ਪਵਿੱਤਰ ਹੋਏਗੀ ਔਰ ਤੁਸੀਂ ਸੱਚੇ ਧਰਮੀ ਅਖਵਾਓਗੇ। ਅਤੇ ਉੱਥੇ ਗੁਰੂ ਨਾਨਕ ਪਾਤਸ਼ਾਹ ਨੇ ਉਪਦੇਸ਼ ਦਿੱਤਾ ਉਹਨਾਂ ਨੂੰ, ਦਇਆ, ਕਪਾਹ, ਸੰਤੋਖ, ਸੂਤ, ਜਤ, ਗੰਢੀ, ਸਤ, ਵਟ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ, ਨਾ ਇਹੋ ਟੁੱਟੇ ਨਾ ਮਲ ਲਗੇ, ਨਾ ਇਹੋ ਜਲੇ ਨਾ ਜਾਏ, ਧਨ ਸੁ ਮਾਨਸ ਨਾਨਕਾ, ਜੋ ਗਲ ਚੱਲੇ ਪਾਏ, ਚੌਂਕੜ ਮੁੱਲ ਅਣਾਇਆ, ਬਹਿ ਚੌਂਕੇ ਪਾਇਆ, ਸਿੱਖਾਂ ਕੰਨ ਚੜਾਈਆਂ, ਗੁਰ ਬ੍ਰਾਹਮਣ ਥੀਆ, ਉਹ ਮੂਆ ਉਹ ਝੜ ਪਿਆ, ਵੇ ਤੱਗਾ ਗਿਆ। ਤਾਂ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਨੂੰ ਉਪਦੇਸ਼ ਦਿੱਤਾ, ਬੋਲਾ ਤੁਸੀਂ ਕੰਨ ਦੇ ਵਿੱਚ ਇਹ ਪਾ ਕੇ 4 ਕੌਡੀਆਂ ਦਾ ਮਗਾਉਨੇ, ਸਿੱਖਿਆ ਕੀ ਦਿੰਨੇ ਕੰਨ ਦੇ ਵਿੱਚ ਕਿ ਅੱਜ ਤੋਂ ਤੁਹਾਡਾ ਗੁਰੂ ਜਿਹੜਾ ਹੈ ਬ੍ਰਾਹਮਣ ਹੋ ਗਿਆ। ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਨਹੀਂ ਪਹਿਨਿਆ, ਨਿਕਾਰਿਆ। ਔਰ ਇਹ ਜਿਹੜਾ ਸੀ ਬ੍ਰਾਹਮਣੀ ਕੁਲ ਸਿਸਟਮ ਦੇ ਉੱਤੇ ਇੱਕ ਜਿਹਨੂੰ ਕਹਿ ਸਕਦੇ ਹਾਂ, ਇਹ ਬ੍ਰਾਹਮਣੀ ਕੁਲ ਸਿਸਟਮ ਨੂੰ ਕਾਟ ਪੀਟ ਕਰਦੀ ਸੀ। ਜੋ ਹੈ ਬ੍ਰਾਹਮਣੀ ਕੁਲ ਸਿਸਟਮ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਸਿਰੇ ਤੋਂ ਹੀ ਨਿਕਾਰ ਦਿੱਤਾ। ਔਰ ਇਹ ਜਾ ਕੇ ਅੱਗੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਸਭ ਤੋਂ ਜਿਹੜਾ ਹੈ ਕਿ ਵੱਡਾ ਕਾਰਨ ਬਣਦਾ ਹੈ। ਤਾਂ ਗੁਰੂ ਨਾਨਕ ਪਾਤਸ਼ਾਹ ਨੇ ਜੋ ਵਿਲੱਖਣ ਅਤੇ ਨਿਵੇਕਲੇ ਸਿਧਾਂਤ ਦਿੱਤੇ, ਉਹ ਜੋ ਵੀ ਉਸ ਸਮੇਂ ਜੋ ਪਰੰਪਰਾਗਤ ਧਰਮ ਸੀ, ਉਹਨਾਂ ਦੀਆਂ ਜੋ ਵੀ ਮਾਨਤਾਵਾਂ ਸੀ, ਉਹਨਾਂ ਦੇ ਰੋਹ ਰੀਤਾਂ ਸੀ, ਰੀਤੀ ਰਿਵਾਜ ਸੀ, ਉਹਨਾਂ ਨੂੰ ਨਿਕਾਰਦੇ ਹੈ। ਇਹ ਬ੍ਰਾਹਮਣੀ ਕੁਲ ਸਿਸਟਮ ਨੂੰ ਪੂਰੀ ਤਰ੍ਹਾਂ ਜਿਹੜੀ ਹੈ ਕਾਟ ਪੀਟ ਕਰਦੀ ਹੈ, ਜੋ ਕਿ ਉੱਥੋਂ ਜਿਹੜਾ ਹੈ ਵਿਚਾਰਧਾਰਾ ਦਾ ਜਿਹੜਾ ਕਲੇਸ਼ ਹੈ, ਵਿਚਾਰਧਾਰਾ ਦਾ ਜਿਹੜਾ ਹੈ ਕਲੇਸ਼ ਉੱਥੋਂ ਸ਼ੁਰੂ ਹੋ ਜਾਂਦਾ ਹੈ। ਔਰ ਬ੍ਰਾਹਮਣਵਾਦ ਜਿਹੜਾ ਹੈ ਹਮੇਸ਼ਾ ਤੋਂ ਹੀ ਸਿੱਖਾਂ ਦਾ ਦੁਸ਼ਮਣ ਬਣ ਜਾਂਦਾ ਹੈ। ਪੰਡਤ ਮੁੱਲਾ ਜੋ ਲਿਖ ਦਿਆ, ਛੋੜ ਚਲੇ ਹਮ ਕਛੂ ਨਾ ਲਿਆ। ਇੱਕ ਜਿਹੜੇ ਨਵੇਂ ਸਿਧਾਂਤ ਦਿੱਤੇ ਗੁਰੂ ਨਾਨਕ ਪਾਤਸ਼ਾਹ ਨੇ ਦੁਨੀਆ ਨੂੰ, ਜੋ ਕਿ ਅੱਜ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਮੌਜੂਦ ਹੈ। ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਰਾਮਦਾਸ ਜੀ ਤੱਕ ਇਹਨਾਂ ਦਾ ਪ੍ਰਚਾਰ ਕੀਤਾ ਜਾਂਦਾ ਸੀ ਜ਼ਬਾਨੀ। ਅਤੇ ਗੁਰੂ ਅਰਜਨ ਦੇਵ ਜੀ ਦੇ ਟਾਈਮ ਦੇ ਉੱਤੇ ਸਿੱਖੀ ਦਾ ਜਿਹੜਾ ਸੀ ਬਹੁਤ ਹੀ ਪ੍ਰਚਾਰ ਅਤੇ ਪ੍ਰਸਾਰ ਹੋ ਗਿਆ। ਤਾਂ ਗੁਰੂ ਅਰਜਨ ਦੇਵ ਜੀ ਨੇ ਸਾਰੀ ਬਾਣੀ ਨੂੰ ਇਕੱਠਾ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਵਾ ਦਿੱਤੀ। ਉਹਦੇ ਵਿੱਚ ਜਿਹੜੇ ਬਾਕੀ ਵਰਨ ਦੇ, ਜਾਤ ਦੇ ਜਿਹੜੇ ਭਗਤ ਸੀ, ਸੂਫੀ ਸੰਤ ਸੀ, ਉਹਨਾਂ ਦੀ ਬਾਣੀ ਨੂੰ ਵੀ ਗੁਰੂ ਸਾਹਿਬਾਂ ਦੀ ਬਾਣੀ ਦੇ ਬਰਾਬਰ ਦਰਜਾ ਦੇ ਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਿਲ ਕਰ ਦਿੱਤਾ। ਹੁਣ ਤਾਂ ਹੋਰ ਵੀ ਤਕਲੀਫ ਹੋ ਗਈ ਕਿ ਜਿਨ੍ਹਾਂ ਨੂੰ ਅਸੀਂ ਸ਼ੂਦਰ ਕਹਿੰਦੇ ਸੀ, ਜਿਨ੍ਹਾਂ ਨੂੰ ਮੰਦਰਾਂ ਦੇ ਵਿੱਚ ਨਹੀਂ ਆਉਣ ਦਿੰਦੇ, ਉਹਨਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਿਠਾ ਦਿੱਤਾ, ਉਹਨਾਂ ਦੀ ਬਾਣੀ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਾਮਿਲ ਕਰ ਲਿਆ। ਅਤੇ ਇਹ ਸਭ ਜਿਹੜਾ ਸੀ ਉਹਨਾਂ ਤੋਂ ਬਰਦਾਸ਼ਤ ਨਹੀਂ ਹੋਇਆ। ਚੰਦੂ ਬ੍ਰਾਹਮਣ ਸੀ ਜੋ ਕਿ ਦੀਵਾਨ ਦੀ ਨੌਕਰੀ ਕਰਦਾ ਸੀ ਉਸ ਸਮੇਂ ਦੀ ਮੁਗਲ ਸਰਕਾਰ ਦੇ ਵਿੱਚ, ਉਹਦੀ ਉੱਥੇ ਚੱਲਦੀ ਸੀ। ਔਰ ਉਸ ਨੇ ਜਾ ਕੇ ਜਿਹੜੀ ਮੁਗਲ ਸਰਕਾਰ ਸੀ ਉਹਨਾਂ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਕਿ ਪਹਿਲੇ ਤਾਂ ਇਹ ਕੇਵਲ ਜਿਹੜਾ ਸੀ ਪ੍ਰਚਾਰ ਹੀ ਕਰਦੇ ਸੀ, ਹੁਣ ਤਾਂ ਇੱਕ ਗ੍ਰੰਥ ਲਿਖ ਦਿੱਤਾ। ਮੁਸਲਮਾਨਾਂ ਨੂੰ ਭੜਕਾਇਆ, ਉਸ ਮੁਗਲ ਸਰਕਾਰ ਨੂੰ ਭੜਕਾਇਆ ਕਿ ਇਹਦੇ ਵਿੱਚ ਤੁਹਾਡੇ ਅਗੇਂਸਟ ਵਿੱਚ, ਮੁਸਲਮਾਨਾਂ ਦੇ ਅਗੇਂਸਟ ਵਿੱਚ ਬਹੁਤ ਕੁਝ ਲਿਖਿਆ ਹੋਇਆ ਹੈ। ਅਤੇ ਚੰਦੂ ਬ੍ਰਾਹਮਣ ਜਿਹੜਾ ਸੀ ਪਹਿਲੇ ਗੁਰੂ ਘਰ ਦੇ ਨਾਲ ਦੁਸ਼ਮਣੀ ਕਰਦਾ ਸੀ। ਇਸ ਗੱਲ ਤੋਂ ਵੀ ਕਰਦਾ ਸੀ, ਇੱਕ ਤਾਂ ਇਹ ਜਿਹੜੀ ਇੱਕ ਬ੍ਰਾਹਮਣ ਕੁਲ ਸਿਸਟਮ ਵਾਲਾ ਜਿਹੜਾ ਕਲੈਸ਼ ਸੀ, ਵਿਚਾਰਧਾਰਾ ਦਾ ਕਲੈਸ਼ ਸੀ। ਦੂਸਰਾ ਇਹ ਵੀ ਚਾਹੁੰਦਾ ਸੀ ਕਿ ਮੇਰੀ ਧੀ ਦਾ ਰਿਸ਼ਤਾ ਹਰਗੋਬਿੰਦ ਜੀ ਦੇ ਨਾਲ ਹੋ ਜੇ, ਪਰ ਸਿੱਖਾਂ ਨੇ ਮਨਾ ਕਰ ਦਿੱਤਾ। ਅਤੇ ਗੁਰੂ ਘਰ ਦਾ ਉਸ ਸਮੇਂ ਵੱਡਾ ਦੁਸ਼ਮਣ ਬਣਿਆ ਹੋਇਆ ਸੀ। ਔਰ ਇਹ ਜੋ ਬ੍ਰਾਹਮਣਵਾਦੀ ਸੋਚ ਹੈ, ਮਨੂਵਾਦੀ ਸੋਚ ਹੈ, ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਸਭ ਤੋਂ ਵੱਡਾ ਕਾਰਨ ਬਣਦੀ ਹੈ। ਇਹੀ ਲੋਕ ਜਾ ਕੇ ਉੱਥੇ ਜਿਹੜੀ ਮੁਗਲ ਸਰਕਾਰ ਹੁੰਦੀ ਹੈ ਉਹਨਾਂ ਦੇ ਕੰਨ ਭਰਦੇ ਹੈ। ਬਾਕੀ ਜਿਹੜੇ ਸਹਿ ਕਾਰਨ ਬਣਦੇ ਹਨ ਕਿ ਜਿਸ ਤਰ੍ਹਾਂ ਬਾਬੇ ਕਿਆਂ ਅਤੇ ਬਾਬਰ ਕਿਆਂ ਦਾ ਝਗੜਾ, ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਬਾਬਰ ਨੇ ਹਮਲਾ ਕੀਤਾ ਇਸ ਦੇਸ਼ ਦੇ ਉੱਤੇ, ਅਤੇ ਗੁਰੂ ਨਾਨਕ ਪਾਤਸ਼ਾਹ ਨੇ ਡਟ ਕੇ ਉਹਨਾਂ ਹਮਲਿਆਂ ਦਾ ਵਿਰੋਧ ਕੀਤਾ। ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਨੂੰ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨ ਦੇਣ ਕਰਤਾ, ਜੰਮ ਕਰ ਮੁਗਲ ਚੜਾਇਆ ਕਿ ਬਾਬਰ ਨੂੰ ਜੰਮ ਦਾ ਦੂਤ ਕਿਹਾ। ਉਹਨੂੰ ਬਾਬਰ ਨਹੀਂ ਜਾਬਰ ਕਿਹਾ, ਉਹਨਾਂ ਨੂੰ ਨੀਚ ਤੋਂ ਨੀਚ ਕਹਿ ਕੇ ਪੁਕਾਰਿਆ। ਕੋਈ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਨੇ ਲੁਕਾ ਨਹੀਂ ਰੱਖਿਆ, ਕਿਉਂਕਿ ਇਹ
ਰਾਜੇ ਤੋਂ ਲੈ ਕੇ ਉਹਨਾਂ ਦੇ ਅਹਿਲਕਾਰ ਸਾਰੇ ਹੀ ਜਿਹੜੇ ਪ੍ਰਜਾ ਦਾ ਖੂਨ ਚੂਸ ਰਹੇ ਸੀ। ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰਤ ਪਿੱਤ ਕੁੱਤੇ ਹੋ ਚਟ ਜਾਓ। ਔਰ ਜਦੋਂ ਅਕਬਰ ਬਾਦਸ਼ਾਹ ਸੀ ਉਹ ਸਾਰੇ ਧਰਮਾਂ ਦਾ ਬੜਾ ਸਤਿਕਾਰ ਕਰਦਾ ਸੀ, ਔਰ ਸਿੱਖ ਧਰਮ ਦਾ ਬਹੁਤ ਸਤਿਕਾਰ ਕਰਦਾ ਸੀ, ਗੁਰੂ ਅਰਜਨ ਦੇਵ ਜੀ ਦਾ ਬਹੁਤ ਸਤਿਕਾਰ ਕਰਦਾ ਸੀ। ਜਦੋਂ ਉਹਦੀ ਡੈਥ ਹੋ ਜਾਂਦੀ ਹੈ ਤੇ ਕੱਟੜਵਾਦੀ ਜਿਹੜੇ ਮੁਸਲਮਾਨ ਸੀ ਉਹਨਾਂ ਦੀ ਸਹਾਇਤਾ ਦੇ ਨਾਲ ਇਹ ਜੋ ਜਹਾਂਗੀਰ ਹੈ ਉਹ ਬਾਦਸ਼ਾਹ ਬਣਦਾ। ਉਹਨਾਂ ਨੇ ਵੀ ਜਿਹੜੇ ਸੀ ਇਹ ਜਿਹੜੇ ਬਾਦਸ਼ਾਹ ਦੇ ਜਿਹੜੇ ਇਹਦੇ ਕੰਨ ਭਰਨੇ ਸ਼ੁਰੂ ਕੀਤੇ ਕਿ ਜਿਹੜੀ ਇਹ ਸਿੱਖੀ ਦਾ ਵਾਧਾ ਪ੍ਰਚਾਰ ਪ੍ਰਸਾਰ ਸੀ ਉਸ ਨੂੰ ਜਿਹੜਾ ਕੁਚਲਣ ਦੀ ਕੋਸ਼ਿਸ਼ ਕੀਤੀ। ਅਗਲਾ ਜਿਹੜਾ ਕਾਰਨ ਬਣਦਾ ਹੈ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਤੇ ਕਾਨਾ ਪੀਲੂ ਇਹੋ ਜਿਹੇ ਜਿਹੜੇ ਆਪਣੇ ਆਪ ਨੂੰ ਭਗਤ ਅਖਵਾਉਂਦੇ ਸੀ, ਬੜੇ ਹੰਕਾਰੀ ਸੀ, ਔਰ ਕਾਨੇ ਭਗਤ ਦੀ ਸਰਕਾਰ ਦੇ ਵਿੱਚ ਵੀ ਬੜੀ ਚੱਲਦੀ ਸੀ। ਉਸਨੇ ਦਵਾ ਵੀ ਪਵਾਇਆ ਕਿ ਮੇਰੀ ਜਿਹੜੀ ਬਾਣੀ ਹੈ, ਸਾਡੀ ਬਾਣੀ ਨੂੰ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰਨਾ ਚਾਹੀਦਾ ਹੈ। ਔਰ ਜਦੋਂ ਗੁਰੂ ਅਰਜਨ ਦੇਵ ਜੀ ਨੇ ਬਾਣੀ ਇਹਨਾਂ ਦੀ ਸੁਣੀ ਤਾਂ ਉਹ ਬਾਣੀ ਬ੍ਰਹਮੰਡੀ ਵਿਚਾਰਧਾਰਾ ਦੀ ਨਾ ਹੋਣ ਕਰਕੇ, ਅਕਾਲੀ ਬਾਣੀ ਨਾ ਹੋਣ ਕਰਕੇ, ਰੱਬੀ ਬਾਣੀ ਨਾ ਹੋਣ ਕਰਕੇ, ਰੱਬੀ ਗਿਆਨ ਨਾ ਹੋਣ ਕਰਕੇ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਾਖਲ ਕਰਨ ਤੋਂ ਮਨਾ ਕੀਤਾ। ਔਰ ਉਸਨੇ ਵੀ ਜਾ ਕੇ ਜਿਹੜੀ ਮੁਗਲ ਸਰਕਾਰ ਸੀ ਉਹਦੇ ਕੰਨ ਭਰੇ। ਔਰ ਜਿਹੜਾ ਅਗਲਾ ਕਾਰਨ ਬਣਦਾ ਹੈ ਕਿ ਜੋ ਪ੍ਰਿਥੀ ਚੰਦ ਸੀ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਸੀ, ਜਦੋਂ ਉਸ ਨੂੰ ਗੁਰਗੱਦੀ ਨਾ ਦਿੱਤੀ ਗਈ ਤੇ ਉਹ ਵੀ ਜਿਹੜਾ ਹੈ ਗੁਰੂ ਅਰਜਨ ਦੇਵ ਜੀ ਦੇ ਨਾਲ ਈਰਖਾ ਕਰਦਾ ਸੀ। ਉਹ ਵੀ ਇਹਨਾਂ ਦੇ ਨਾਲ ਮਿਲ ਕੇ ਜਿਹੜਾ ਉੱਥੇ ਅਕਬਰ ਬਾਦਸ਼ਾਹ ਸੀ ਉਹਦੇ ਕੰਨ ਭਰਦਾ ਸੀ। ਤੇ ਇਹ ਸਾਰੇ ਜਿਹੜੇ ਹੈ ਸਹਿ ਕਾਰਨ ਬਣਦੇ। ਪਰ ਸਭ ਤੋਂ ਵੱਡਾ ਜਿਹੜਾ ਸੀ ਬ੍ਰਾਹਮਣਵਾਦ, ਸਭ ਤੋਂ ਵੱਡਾ ਸੀ ਮਨੂਵਾਦੀ ਸੋਚ, ਜੋ ਵਿਚਾਰਧਾਰਾ ਦਾ ਕਲੈਸ਼ ਜੋ ਗੁਰੂ ਨਾਨਕ ਪਾਤਸ਼ਾਹ ਤੋਂ ਸ਼ੁਰੂ ਹੋਇਆ ਔਰ ਜੋ ਅੱਜ ਵੀ ਉਹ ਜਿਹੜਾ ਕਲੈਸ਼ ਹੈ ਉਹ ਵਿਚਾਰਧਾਰਾ ਦਾ ਹੈ, ਉਹ ਅੱਜ ਵੀ ਜਿਹੜਾ ਹੈ ਉਹ ਚੱਲਦਾ ਹੀ ਆ ਰਿਹਾ ਹੈ। ਸਿੱਖੀ ਦਾ ਵਾਧਾ ਪ੍ਰਚਾਰ, ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਕਰਨਾ, ਔਰ ਔਰ ਦੂਸਰਾ ਇਹ ਜੋ ਇਹਦੀ ਚੰਦੂ ਦੀ ਜਿਹੜੀ ਦੁਸ਼ਮਣੀ ਹੈ ਜਿਹੜੀ ਹੈ, ਇਹ ਸਭ ਤੋਂ ਵੱਡਾ ਕਾਰਨ ਬਣਦਾ ਹੈ। ਤੇ ਫਿਰ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਦੋਸ਼ ਕੀ ਲਗਾਇਆ ਜਾਂਦਾ ਹੈ ਕਿ ਜੋ ਜਹਾਂਗੀਰ ਦਾ ਪੁੱਤਰ ਸੀ ਖੁਸਰੋ, ਉਹ ਬਗਾਵਤ ਕਰ ਦਿੰਦਾ ਹੈ। ਔਰ ਇਹ ਕਿਹਾ ਜਾਂਦਾ ਹੈ ਕਿ ਇਹ ਜਿਹੜੇ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੀ ਮਦਦ ਕੀਤੀ ਹੈ ਇਸ ਦੋਸ਼ ਦੇ ਵਿੱਚ। ਪਰ ਗੱਲਾਂ ਤਾਂ ਜਿਹੜੀਆਂ ਇਹ ਸੀ ਜਿਹੜੀਆਂ ਆਪਾਂ ਦੱਸੀਆਂ, ਅਸਲੀ ਕਾਰਨ ਤੇ ਉਹ ਸੀ। ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਔਰ ਜੇਲ੍ਹ ਦੇ ਵਿੱਚ ਜਿਹੜੇ ਤਹਿਸੀਹੇ ਦਵਾਏ ਜਾਂਦੇ ਹਨ ਉਹ ਜਿਹੜੇ ਹੈ ਚੰਦੂ ਬ੍ਰਾਹਮਣ ਦੁਆਰਾ ਦਵਾਏ ਜਾਂਦੇ ਹਨ, ਕਿਉਂਕਿ ਉਹਦੀ ਸਰਕਾਰ ਦੇ ਵਿੱਚ ਚੱਲਦੀ ਸੀ। ਉਹਨਾਂ ਨੂੰ ਉਬਲਦੀ ਦੇਗ ਵਿੱਚ ਬਿਠਾਇਆ ਜਾਂਦਾ ਹੈ, ਤੱਤੀ ਰੇਤਾ ਉਹਨਾਂ ਦੇ ਸਿਰ ਵਿੱਚ ਪਾਈ ਜਾਂਦੀ ਹੈ, ਤੱਤੀ ਤਵੀ ਦੇ ਉੱਤੇ ਬਿਠਾਇਆ ਜਾਂਦਾ ਹੈ। 5 ਦਿਨ ਉਹਨਾਂ ਨੂੰ ਤਸੀਹੇ ਦਿੱਤੇ ਜਾਂਦੇ ਹਨ। ਔਰ ਫਿਰ ਗੁਰੂ ਅਰਜਨ ਦੇਵ ਜੀ ਦੀ 30 ਮਈ 1606 ਈਸਵੀ ਨੂੰ ਉਹਨਾਂ ਦੀ ਜਿਹੜੀ ਹੈ ਇਹ ਸ਼ਹਾਦਤ ਹੋ ਜਾਂਦੀ ਹੈ। ਇਹਦੇ ਪਿੱਛੇ ਜਿਹੜੀ ਸੀਗੀ ਇਹ ਮਨੂਵਾਦੀ ਸੋਚ, ਇਹ ਜਿਹੜਾ ਵਿਚਾਰਧਾਰਾ ਦਾ ਕਲੈਸ਼ ਗੁਰੂ ਨਾਨਕ ਪਾਤਸ਼ਾਹ ਤੋਂ ਚੱਲਦਾ ਆ ਰਿਹਾ ਸੀ, ਇਹ ਸਭ ਤੋਂ ਵੱਡਾ ਕਾਰਨ ਜਿਹੜਾ ਹੈ ਇਹੀ ਬਣਦਾ ਹੈ। ਔਰ ਬਾਅਦ ਵਿੱਚ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਟਾਈਮ ਦੇ ਉੱਤੇ ਪਤਾ ਚੱਲਦਾ ਹੈ ਕਿ ਇਹਦੀ ਸਾਜ਼ਿਸ਼ ਦਾ ਪਤਾ ਚੱਲਦਾ ਹੈ ਚੰਦੂ ਬ੍ਰਾਹਮਣ ਦੀ, ਫਿਰ ਉਹ ਜਿਹੜਾ ਹੈ ਇਹਨਾਂ ਨੂੰ ਗੁਰੂ ਜੋ ਆਪਣਾ ਸਿੱਖਾਂ ਦੇ ਹਵਾਲੇ ਕਰ ਦਿੰਦਾ ਹੈ ਇਸ ਚੰਦੂ ਬ੍ਰਾਹਮਣ ਨੂੰ। ਔਰ ਇਸ ਦੀ ਜਿਹੜੀ ਮੌਤ ਹੈ ਉਹ ਉਸ ਪਠਿਆਰੇ ਦੇ ਉਸ ਸਿੱਖਾਂ ਦੇ ਹੱਥੋਂ ਹੀ ਹੁੰਦੀ ਹੈ। ਇਸ ਦੀ ਮੌਤ, ਇਹਦਾ ਮੂੰਹ ਕਾਲਾ ਕੀਤਾ ਜਾਂਦਾ ਹੈ, ਇਹਨੂੰ ਘੁਮਾਇਆ ਜਾਂਦਾ ਹੈ। ਔਰ ਉਹ ਪਠਿਆਰਾ ਜਿਸ ਨੂੰ ਇਸ ਨੇ ਬੋਲਿਆ ਸੀ ਕਿ ਤੱਤੀ ਰੇਤਾ ਵੀ ਗੁਰੂ ਅਰਜਨ ਦੇਵ ਜੀ ਦੇ ਸਿਰ ਵਿੱਚ ਪਾਓ, ਉਸੇ ਕੜਛੇ ਦੇ ਨਾਲ ਇਹਦਾ ਜਿਹੜਾ ਹੈ ਇਸ ਦੁਸ਼ਟ ਦਾ, ਇਸ ਚੰਦੂ ਬ੍ਰਾਹਮਣ ਦਾ ਜਿਹੜਾ ਹੈ ਅੰਤ ਕੀਤਾ ਜਾਂਦਾ ਹੈ। ਤੇ ਇਹ ਕਾਰਨ ਜਿਹੜੇ ਸਹਿ ਕਾਰਨ ਬਣਦੇ ਹੈ। ਚੰਦੂ ਬ੍ਰਾਹਮਣ ਜਿਹੜਾ ਹੈ ਸਭ ਤੋਂ ਵੱਡਾ ਕਾਰਨ ਬਣਦਾ ਹੈ। ਜੋ ਵਿਚਾਰਧਾਰਾ ਦਾ ਕਲੈਸ਼ ਜਿਹੜਾ ਹੈ ਇਹ ਜੋ ਗੁਰੂ ਨਾਨਕ ਪਾਤਸ਼ਾਹ ਤੋਂ ਚੱਲਦਾ ਆ ਰਿਹਾ ਹੈ ਔਰ ਅੱਜ ਵੀ ਚੱਲ ਰਿਹਾ ਹੈ। ਸਾਨੂੰ ਗੁਰੂ ਅਰਜਨ ਦੇਵ ਜੀ ਦੇ ਜੀਵਨ ਤੋਂ, ਉਹਨਾਂ ਦੀ ਸ਼ਹਾਦਤ ਤੋਂ ਸਿੱਖਿਆ ਕੀ ਮਿਲਦੀ ਹੈ ਕਿ ਸਾਨੂੰ ਕਦੇ ਵੀ ਜ਼ੁਲਮ ਦੇ ਅੱਗੇ ਝੁਕਣਾ ਨਹੀਂ ਚਾਹੀਦਾ, ਜ਼ੁਲਮ ਦਾ ਡਟ ਕੇ ਟਾਕਰਾ ਕਰਨਾ ਚਾਹੀਦਾ ਹੈ, ਸੱਚ ਨੂੰ ਸੱਚ ਕਹਿਣ ਦੀ ਹਿੰਮਤ ਰੱਖਣੀ ਚਾਹੀਦੀ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਦੇ ਵਿੱਚ ਰਹਿ ਕੇ ਹਰ ਦੁੱਖ ਸੁੱਖ ਨੂੰ
ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ। ਗੁਰੂ ਅਰਜਨ ਦੇਵ ਜੀ ਨੇ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਸਾਰੇ ਸਿੱਖਾਂ ਨੂੰ ਸਾਨੂੰ ਇਹ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ, ਇਹਨਾਂ ਸਿਧਾਂਤਾਂ ਦੇ, ਇਸ ਫਲਸਫੇ ਦੇ, ਇਸ ਵਿਚਾਰਧਾਰਾ ਦੇ, ਜੋ ਕਿ ਬਹੁਤ ਹੀ ਵਿਲੱਖਣ ਹੈ, ਉਸ ਦੇ ਲੜ ਲਾਇਆ ਹੈ। ਔਰ ਸਾਨੂੰ ਚਾਹੀਦਾ ਹੈ ਕਿ ਅਸੀਂ ਇਹਨਾਂ ਸਿਧਾਂਤਾਂ ਨੂੰ, ਇਸ ਬਾਣੀ ਨੂੰ ਆਪਣੇ ਮਨਾਂ ਦੇ ਵਿੱਚ ਵਸਾਈਏ ਔਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਨੂੰ ਆਪਣੇ ਅੰਗ ਸੰਗ ਮਹਿਸੂਸ ਕਰਾਈਏ ਔਰ ਇਹਨਾਂ ਦਾ ਜਿਹੜਾ ਹੈ ਇਹ ਸ਼ਾਂਤੀ ਦਾ ਸੰਦੇਸ਼ ਹੈ, ਇਹ ਪ੍ਰੇਮ ਦਾ, ਭਾਈਚਾਰੇ ਦਾ ਸਾਰੀ ਦੁਨੀਆ ਤੱਕ ਪਹੁੰਚਾਈਏ। ਇਹ ਬਾਣੀ ਦਾ